हाय वेलकम बैक एवरीवन किवें तुसीं सारे सो इकनॉमिक्स का पेपर है ਤੁਹਾਡਾ ठीक है चलो ਇਹਦਾ ਸੋਲੂਸ਼ਨ ਕਰਦੇ ਹਾਂ 3 ਘੰਟੇ ਟਾਈਮ ਤੁਹਾਨੂੰ ਸਾਰਾ ਕੁਝ ਪਤਾ ਹੀ 80 ਨੰਬਰ ਦਾ ਪੇਪਰ ਹੈ ਤੇ ਤੁਹਾਨੂੰ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਿਲੇਬਸ ਵੀ ਪਤਾ ਹੈ ਕਿ ਕਿੰਨੇ ਸਿਲੇਬਸ ਚੋਂ ਪੇਪਰ ਆ ਰਹੇ ਹੈ ਠੀਕ ਹੈ ਸੋ ਕੋਈ ਕੁਐਸਚਨ ਯਾਦ ਰੱਖਿਓ ਕਿ ਆਊਟ ਆਫ ਸਿਲੇਬਸ ਨਹੀਂ ਹੋਣਾ ਚਾਹੀਦਾ ਹੈ ਸੋ ਇੱਕ ਵਾਰੀ ਸਿਲੇਬਸ ਆਪਣਾ ਜ਼ਰੂਰ ਚੈੱਕ ਕਰ ਲਓ ਜਿਵੇਂ ਕਿ ਤੁਹਾਨੂੰ ਪਤਾ 11 ਚੈਪਟਰ ਆ ਰਹੇ ਆ ਪਹਿਲੀ ਬੁੱਕ ਚੋਂ ਠੀਕ ਹੈ ਤੁਹਾਡੀ ਜਿਹੜੀ ਇਕਨੋਮਿਕਸ ਵਾਲੀ ਬੁੱਕ ਆ ਉਹ ਚੋਂ ਆ ਰਹੀ ਹੈ ਮਾਈਕਰੋ ਇਕਨੋਮਿਕਸ ਚੋਂ ਨਹੀਂ ਸਿਰਫ ਇਕਨੋਮਿਕਸ ਚੋਂ 11 ਚੈਪਟਰ ਆ ਰਹੇ ਆ ਤੁਹਾਡੇ ਸੋ ਬੱਚਿਓ ਦੇਖੋ ਜਿਵੇਂ ਕਿ ਕੁਐਸਚਨ ਹੈ ਫਸਟ ਸਾਡਾ ਕਿ ਸੁਤੰਤਰਤਾ ਸਮੇਂ ਭਾਰਤੀ ਅਰਥ ਵਿਵਸਥਾ ਕਿਹੋ ਜਿਹੀ ਸੀ ਤੁਹਾਨੂੰ ਪਤਾ ਇਹਦੇ ਵਿੱਚ ਅਲਪ ਵਿਕਸਿਤ ਸੀ ਗਤੀਹੀਨ ਸੀ ਕਿ ਸੀ ਹੋਈ ਸੀ ਸੋ ਉਪਰੋਕਤ ਸਾਰੇ ਇਜ਼ ਦਾ ਰਾਈਟ ਆਨਸਰ ਠੀਕ ਹੈ ਸੈਕੰਡ ਪ੍ਰਸ਼ਨ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕੀ ਹੈ ਸੋ ਪਹਿਲੀ 5 ਸਾਲਾ ਯੋਜਨਾ ਸਾਡੀ 1951 ਤੋਂ 1956 ਤੱਕ ਸਟਾਰਟ ਹੋਈ ਸੀ ਠੀਕ ਹੈ ਇੱਥੋਂ ਸਟਾਰਟ ਹੋਈ ਸੀ ਸੋ ਥਰਡ ਪ੍ਰਸ਼ਨ ਦੇਖੋ ਥਰਡ ਹੈਗਾ ਕਿ ਦੇਸ਼ ਦੀ ਪਹਿਲੀ ਉਦਯੋਗਿਕ ਨੀਤੀ ਕਦੋਂ ਹੋਂਦ ਵਿੱਚ ਆਈ ਉਦਯੋਗਿਕ ਨੀਤੀ ਯਾਦ ਰੱਖਿਓ 1948 ਵਿੱਚ ਆਈ ਸੀ ਹੋਂਦ ਵਿੱਚ ਠੀਕ ਹੈ 1948 ਵਿੱਚ ਤੇ ਇੰਗਲਿਸ਼ ਮੀਡੀਅਮ ਜਿਹੜੇ ਬੱਚੇ ਕਹਿ ਰਹੇ ਬੱਚੇ ਥੋੜਾ ਟਰਾਂਸਲੇਟ ਕਰ ਲਓ ਇਸ ਚੀਜ਼ ਨੂੰ ਠੀਕ ਹੈ ਉਦਯੋਗਿਕ ਨੀਤੀ ਨੂੰ ਆਪਾਂ ਇੰਡਸਟਰੀਅਲ ਪਾਲਿਸੀ ਕਹਿ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਨੈਕਸਟ ਹੈਗਾ ਆ ਸਾਡਾ ਫੋਰਥ ਕਿ ਭਾਰਤ ਵਿੱਚ ਨਵੀਂ ਆਰਥਿਕ ਨੀਤੀ ਕਦੋਂ ਹੋਂਦ ਵਿੱਚ ਆਈ ਨਵੀਂ ਤੁਹਾਨੂੰ ਪਤਾ ਹੀ ਹੈ ਨਿਊ ਇਕਨੋਮਿਕ ਪਾਲਿਸੀ ਕਦੋਂ ਆਈ ਸੀਗੀ 1991 ਵਿੱਚ 1991 ਠੀਕ ਹੈ ਸੋ ਇਹਦੇ ਵਿੱਚ ਹੀ ਸਾਡੇ LPG ਆਈ ਸੀ ਉਦਾਰੀਕਰਨ ਲਿਬਰਲਾਈਜੇਸ਼ਨ ਉਦਾਰੀਕਰਨ ਪ੍ਰਾਈਵੇਟੇਸ਼ਨ ਐਂਡ ਗਲੋਬਲਾਈਜੇਸ਼ਨ ਪਤਾ ਹੀ ਸਾਨੂੰ ਸੋ ਉਦਾਰੀਕਰਨ ਤੋਂ ਕੀ ਭਾਵ ਹੈ ਕਹਿੰਦੇ ਸਰਕਾਰ ਦੀ ਨਿਰੰਤਰਤਾ ਤੋਂ ਮੁਕਤੀ ਠੀਕ ਹੈ ਵਿਸ਼ਵੀਕਰਨ ਤਾਂ ਨਹੀਂ ਹੈ ਨਿੱਜੀਕਰਨ ਵੀ ਨਹੀਂ ਸੋ ਆਪਸ਼ਨ ਕੀ ਹੈ ਸਰਕਾਰੀ ਨਿਯੰਤਰਣਤਾ ਨਿਯੰਤਰਣਾ ਤੋਂ ਮੁਕਤੀ ਮਤਲਬ ਸਰਕਾਰ ਦੇ ਕੰਟਰੋਲ ਤੋਂ ਮੁਕਤੀ ਸੋ ਛੇਵਾਂ ਗਰੀਬੀ ਕੀ ਹੈ ਗਰੀਬੀ ਸਾਫੇ ਗਰੀਬੀ ਥੱਲੇ ਤੋਂ ਰੇਖਾ ਜੀਵਨ ਦੀ ਘੱਟੋ ਜ਼ਰੂਰਤਾਂ ਪੂਰਾ ਨਾ ਕਰਨਾ ਸੋ ਉਪਰੋਕਤ ਸਾਰੇ ਇਜ਼ ਦਾ ਰਾਈਟ ਆਨਸਰ ਸੋ ਮੇਰੇ ਖਿਆਲ ਨਾਲ ਉਪਰੋਕਤ ਸਾਰੇ ਜਿਹਦਾ ਆਨਸਰ ਹੈ ਉਹਦਾ ਉਪਰੋਕਤ ਸਾਰੇ ਹੀ ਆਨਸਰ ਆਉਣਾ ਹੈ ਸੋ ਸੱਤਵਾਂ ਪ੍ਰਸ਼ਨ ਹੈਗਾ ਖੇਤੀ ਦੇ ਖੇਤਰ ਵਿੱਚ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ਖੇਤੀ ਦੇ ਖੇਤਰ ਵਿੱਚ ਸਿੱਖਿਅਤ ਉਦਯੋਗਿਕ ਨਹੀਂ ਛੁਪੀ ਹੋਈ ਬੇਰੁਜ਼ਗਾਰੀ ਅੱਠਵਾਂ ਪ੍ਰਸ਼ਨ ਹੈਗਾ ਵਪਾਰਕ ਉਤਰਾਅ ਚੜ੍ਹਾਅ ਨਾਲ ਪੈਦਾ ਹੋਈ ਬੇਰੁਜ਼ਗਾਰੀ ਨੂੰ ਕੀ ਕਿਹਾ ਜਾਂਦਾ ਹੈ ਸ਼ਹਿਰੀ ਪੇਂਡੂ ਉਹਨਾਂ ਨੂੰ ਕਿਹਾ ਜਾਂਦਾ ਚੱਕਰੀ ਬੇਰੁਜ਼ਗਾਰੀ ਠੀਕ ਹੈ ਉਸ ਤੋਂ ਬਾਅਦ ਨੈਕਸਟ ਪ੍ਰਸ਼ਨ ਸਾਡਾ ਦੇਖੋ ਕੀ ਹੈ ਕਿ ਵਾਤਾਵਰਨ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਉਪਰੋਕਤ ਸਾਰਿਆਂ ਨੂੰ ਦਸਵਾਂ ਪ੍ਰਸ਼ਨ ਪੇਂਡੂ ਵਿਕਾਸ ਦੇ ਮੁੱਦੇ ਡੈਸ਼ ਹਨ ਸਿੱਖਿਆ ਸਿਹਤ ਰੁਜ਼ਗਾਰ ਸਾਰੇ ਹੀ ਉਸ ਤੋਂ ਬਾਅਦ ਹੈਗਾ ਆਜ਼ਾਦੀ ਤੋਂ ਪਹਿਲਾਂ ਭਾਰਤ ਡੈਸ਼ ਦਾ ਨਿਰਯਾਤਕ ਸੀ ਕੱਚੇ ਮਾਲ ਦਾ ਠੀਕ ਹੈ ਔਰ ਆਪਸ਼ਨ ਇਜ਼ ਰਾਈਟ ਹੈ ਕੱਚੇ ਮਾਲ ਦਾ ਨਿਰਯਾਤਕ ਸੀ ਉਸ ਤੋਂ ਬਾਅਦ ਸਾਡਾ ਪ੍ਰਸ਼ਨ ਹੈਗਾ ਆ 12ਵਾਂ ਕਿ ਭਾਰਤ ਵਿੱਚ ਨੀਤੀ ਆਯੋਗ ਦਾ ਮੁਖੀ ਕੌਣ ਹੁੰਦਾ ਹੈ ਸੋ ਯਾਦ ਰੱਖਿਓ ਹਮੇਸ਼ਾ ਪ੍ਰਧਾਨ ਮੰਤਰੀ ਉਸ ਟਾਈਮ ਦਾ ਪ੍ਰਧਾਨ ਮੰਤਰੀ ਉਹਦਾ ਮੁਖੀ ਹੁੰਦਾ ਹੈ ਠੀਕ ਹੈ ਹੁਣ ਸਾਡਾ PM ਨਰਿੰਦਰ ਮੋਦੀ ਹੈ ਤਾਂ ਉਹੀ ਹੈ ਸੋ 13ਵਾਂ ਹੈਗਾ ਕਿ ਭਾਰਤ ਨੇ ਗਰੀਬੀ ਦੀ ਸਮੱਸਿਆ ਹੱਲ ਕਰ ਲਈ ਹੈ ਨਹੀਂ ਰੇ ਕਿੱਥੋਂ ਕੀਤੀ ਆ ਗਰੀਬੀ ਕਿੱਥੇ ਖਤਮ ਹੋਣ ਵਾਲੀ ਹੈ ਠੀਕ ਹੈ ਸੋ ਬੱਚੇ ਸਾਡਾ 13ਵਾਂ ਪ੍ਰਸ਼ਨ ਹੋ ਗਿਆ ਇਹ ਗਲਤ ਆਉਣਾ ਹੈ ਉਸ ਤੋਂ ਬਾਅਦ ਸਾਡਾ 14ਵਾਂ ਹੈਗਾ ਕਿ ਸ਼ਾਹੂਕਾਰ ਪੇਂਡੂ ਸਾਖ ਦਾ ਇੱਕ ਗੈਰ ਸੰਸਥਾਗਤ ਸਰੋਤ ਹੈ ਬਿਲਕੁਲ ਸਹੀ ਉਸ ਤੋਂ ਬਾਅਦ 15ਵਾਂ ਪ੍ਰਸ਼ਨ ਹੈਗਾ ਭਾਰਤ ਵਿੱਚ ਅਨਾਜ ਦੇ ਗੋਦਾਮ ਡੈਸ਼ ਹਨ ਘੱਟ ਹਨ ਠੀਕ ਹੈ ਜ਼ਿਆਦਾ ਥੋੜ੍ਹੀ ਹੈ ਸਾਡੇ ਕੋਲ ਜ਼ਿਆਦਾ ਹੈਗੀ ਹੈ ਜ਼ਿਆਦਾ ਬੇਰੁਜ਼ਗਾਰੀ ਹੈ ਜਨਸੰਖਿਆ ਹੈ 16ਵਾਂ ਹੈਗਾ ਸਿੱਖਿਆ ਤੇ ਖਰਚ ਮਨੁੱਖੀ ਪੂੰਜੀ ਨਿਰਮਾਣ ਨੂੰ ਡੈਸ਼ ਹੈ ਸਿੱਖਿਆ ਤੇ ਖਰਚ ਮਨੁੱਖੀ ਪੂੰਜੀ ਨਿਰਮਾਣ ਨੂੰ ਵਧਾਉਂਦਾ ਹੈ ਠੀਕ ਹੈ ਮਨੁੱਖੀ ਪੂੰਜੀ ਨਿਰਮਾਣ ਕੀ ਹੈ ਸਕਿਲਡ ਵਰਕਰ ਠੀਕ ਹੈ ਜਿੰਨੇ ਸਕਿਲਡ ਵਰਕਰ ਹੋਣਗੇ ਉਹਨੇ ਸਾਡੇ ਪੂੰਜੀ ਵਧਣਗੇ ਓਕੇ ਸੋ ਨੈਕਸਟ ਪ੍ਰਸ਼ਨ ਇਜ਼ 17ਵਾਂ ਹੈਗਾ ਕਿ ਲੋਕਾਂ ਦੀ ਪੜ੍ਹਨ ਲਿਖਣ ਅਤੇ ਸਮਝਣ ਦੀ ਯੋਗਤਾ ਸਿੱਖਿਆ ਹੈ ਲੋਕਾਂ ਦੀ ਪੜ੍ਹਨ ਲਿਖਣ ਅਤੇ ਸਮਝਣ ਦੀ ਯੋਗਤਾ ਸਿੱਖਿਆ ਹੈ ਹਾਂ ਸਹੀ ਹੈ ਇਜ਼ ਰਾਈਟ ਉਸ ਤੋਂ ਬਾਅਦ 18ਵਾਂ ਸਾਡਾ ਹੈਗਾ ਕਿ ਭਾਰਤ ਵਿੱਚ ਔਸਤ ਜੀਵਨ ਮਿਆਦ ਡੈਸ਼ ਹੋ ਗਈ ਹੈ 70 ਹੀ ਹੋ ਗਈ ਹੈ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ 19ਵਾਂ ਹੈਗਾ ਗਲੋਬਲ ਵਾਰਮਿੰਗ ਦਾ ਕਾਰਨ ਕੀ ਹੈ ਵੱਧਦੀ ਜਨਸੰਖਿਆ ਉਦਯੋਗੀਕਰਨ ਜੰਗਲਾਂ ਦੀ ਕਟਾਈ ਉਪਰੋਕਤ ਸਾਰੇ ਇਜ਼ ਰਾਈਟ ਆਨਸਰ ਸੋ 20ਵਾਂ ਹੈਗਾ ਜੈਵਿਕ ਖੇਤੀ ਵਾਤਾਵਰਣ ਨੂੰ ਡੈਸ਼ ਪਹੁੰਚਾਉਂਦੀ ਹੈ ਲਾਭ ਪਹੁੰਚਾਉਂਦੀ ਹੈ ਜੈਵਿਕ ਖੇਤੀ ਮਤਲਬ ਪੁਰਾਣੇ ਤਰੀਕੇ ਨਾਲ ਰੂੜੀ ਖਾਦਾਂ ਦਾ ਨਾ ਖੇਤੀ ਕਰਨਾ ਅਜੈਵਿਕ ਹੁੰਦਾ ਹੈ ਜਿਹੜੇ ਰਸਾਇਣਿਕ ਖਾਦਾਂ ਨਾਲ ਕਰਨਾ ਸੋ ਲਾਭ ਪਹੁੰਚਾਉਂਦੀ ਹੈ ਇਜ਼ ਰਾਈਟ ਆਨਸਰ ਸੋ ਉਸ ਤੋਂ ਬਾਅਦ ਬੱਚੇ ਤੁਹਾਡਾ ਸੈਕਸ਼ਨ ਸਟਾਰਟ ਹੁੰਦਾ ਹੈ ਇਹਦੇ ਵਿੱਚ ਤੁਹਾਡੇ 10 ਕੁਐਸਚਨਸ ਹੈ ਠੀਕ ਹੈ ਜੋ ਕਿ 2-2 ਨੰਬਰ ਦੇ ਸੋ 20 ਨੰਬਰ ਇੱਥੋਂ ਮਿਲਣੇ ਆ ਆਪਾਂ ਸਿੱਧੇ ਪਹਿਲਾਂ ਨਾ ਲੌਂਗ ਕੁਐਸਚਨ ਕਰਦੇ ਹਾਂ ਠੀਕ ਹੈ ਸੋ ਲੌਂਗ ਕੁਐਸਚਨ ਦੇਖੋ ਜਿਹੜੇ ਮੇਨ ਬਹੁਤ ਹੀ ਮੋਸਟ ਇੰਪੋਰਟੈਂਟ ਹਮੇਸ਼ਾ ਆਉਂਦੇ ਰਹਿੰਦੇ ਆ
ਪਹਿਲਾ ਪ੍ਰਸ਼ਨ ਹੈਗਾ ਆ ਕਿ ਇਹ 6 ਨੰਬਰ ਦੇ ਯਾਦ ਰੱਖਿਓ, ਠੀਕ ਹੈ। ਸੋ ਮਿਨੀਮਮ 6 ਪੁਆਇੰਟਸ ਤਾਂ ਤੁਹਾਨੂੰ ਲਿਖਣੇ ਪੈਣੇ, 1.5 ਪੇਜ ਘੱਟ ਤੋਂ ਘੱਟ ਲਿਖਿਓ। 10 ਤੋਂ 15 ਲਾਈਨਾਂ ਲਿਖਣੀਆਂ ਹੁੰਦੀਆਂ ਜੀ, 15 ਲਾਈਨਾਂ ਘੱਟ ਤੋਂ ਘੱਟ। ਸੋ ਭਾਰਤੀ ਖੇਤੀ ਦੇ ਪਛੜੇਪਨ ਦੇ ਕਿਹੜੇ ਕਾਰਨ ਹਨ, ਇਹੀ ਕਰਦੇ ਹਾਂ। ਬਹੁਤ ਹੀ ਈਜ਼ੀ ਕਾਰਨ ਹੈ, ਠੀਕ ਹੈ। ਚਲੋ ਦੇਖਦੇ ਹਾਂ ਕੀ ਆਨਸਰ। ਭਾਰਤੀ ਖੇਤੀ ਦੇ ਪਛੜੇਪਨ ਦੇ ਜਿਹੜੇ ਕਾਰਨ ਹੈ, ਤੁਸੀਂ ਕਿੱਦਾਂ ਲਿਖਣਾ, ਦੇਖੋ ਸੇਮ ਐਜ਼ ਇਟ ਇਜ਼ ਲਿਖਣਾ। ਤੁਸੀਂ ਪਹਿਲਾਂ ਪੁਆਇੰਟ ਬਣਾਉਣਾ, ਭੂਮੀ ਤੇ ਜਨਸੰਖਿਆ ਦਾ ਦਬਾਅ, ਠੀਕ ਹੈ। ਇਹ ਪੁਆਇੰਟ ਬਣਾ ਲਿਆ, ਇੰਨਾ ਹੀ ਲੋਕ ਟੀਚਰਸ ਜ਼ਿਆਦਾਤਰ ਚੈੱਕ ਕਰਦੇ ਹੁੰਦੇ, ਸੋ ਇੱਦਾਂ ਹੀ ਬਣਾ ਕੇ ਲਿਖਣਾ, ਠੀਕ ਹੈ। ਸੈਕਿੰਡ ਬਣਾਉਣਾ ਸਮਾਜਿਕ ਵਾਤਾਵਰਨ, ਥਰਡ ਅਨਪੜ੍ਹਤਾ, ਫੋਰਥ ਕੀ ਹੈ ਛੁਪੀ ਬੇਰੁਜ਼ਗਾਰੀ। ਇੱਦਾਂ ਬਣਾ ਕੇ ਫਿਰ ਅੱਗੇ ਤੁਸੀਂ ਇਹਨੂੰ ਸਮਝਾਉਣਾ ਹੈ, ਥੋੜ੍ਹਾ ਜਿਹਾ 1-2 ਲਾਈਨਾਂ ਵਿੱਚ ਐਕਸਪਲੇਨ ਕਰਨਾ। ਜਿੱਦਾਂ ਕਿ ਪਹਿਲਾ ਪੁਆਇੰਟ ਆ ਗਿਆ ਭੂਮੀ ਤੇ ਜਨਸੰਖਿਆ ਦਾ ਦਬਾਅ, ਇਹਦੇ ਵਿੱਚ ਕੀ ਆ ਜਾਣਾ ਹੈ, ਭੂਮੀ ਤੇ ਜਨਸੰਖਿਆ, ਜਿਵੇਂ ਕਿ ਦਿਨੋਂ ਦਿਨ ਜਨਸੰਖਿਆ ਵੱਧ ਰਹੀ ਹੈ ਅਤੇ ਭੂਮੀ ਸਾਰਿਆਂ ਕੋਲ ਹੈ ਨਹੀਂ, ਠੀਕ ਹੈ। ਮਤਲਬ ਕਿ ਉਹਨੇ ਲੋਕਾਂ ਦੀ ਭਰਪਾਈ ਨਹੀਂ ਕਰ ਪਾ ਰਹੀ ਹੈ, ਸੋ ਦਬਾਅ ਵਧੀ ਜਾ ਰਹੀ ਹੈ। ਸੈਕਿੰਡ ਸਮਾਜਿਕ ਵਾਤਾਵਰਨ, ਸਮਾਜਿਕ ਵਾਤਾਵਰਨ 'ਚ ਇਹ ਹੈ ਕਿ ਹਾਲੇ ਵੀ ਲੋਕ ਰੂੜੀਵਾਦੀ ਕਿਸਮ ਦੇ ਆ, ਕਿ ਪੁਰਾਣੇ ਤਕਨੀਕਾਂ ਨਾਲ ਕੰਮ ਕਰਦੇ ਆ, ਠੀਕ ਹੈ। ਨਵੇਂ ਤਕਨੀਕ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ, ਸੋ ਉਹ ਰੁਕਾਵਟ ਪੈਦਾ ਕਰ ਰਹੀ ਹੈ। ਥਰਡ ਵਨ ਇਜ਼ ਅਨਪੜ੍ਹਤਾ। ਤੁਹਾਨੂੰ ਪਤਾ ਹੈ ਅਨਪੜ੍ਹਤਾ ਮੋਸਟ ਇੰਪੋਰਟੈਂਟ ਜਿਹੜਾ ਤੁਹਾਡਾ ਫੈਕਟਰ ਹੈ। ਉਸ ਤੋਂ ਬਾਅਦ ਲਾਸਟ ਵਨ ਇਜ਼ ਕੀ ਹੈ ਛੁਪੀ ਹੋਈ ਬੇਰੁਜ਼ਗਾਰੀ। ਛੁਪੀ ਹੋਈ ਮਤਲਬ ਬੇਰੁਜ਼ਗਾਰੀ, ਤੁਹਾਨੂੰ ਪਤਾ ਘਰਾਂ ਵਿੱਚ ਬਹੁਤ ਲੋਕ ਬੇਰੁਜ਼ਗਾਰ ਹੈ, ਇਹ ਵੀ ਇਹਦਾ ਮੋਸਟ ਇੰਪੋਰਟੈਂਟ ਕਾਰਨ ਹੈ। ਇਸ ਤੋਂ ਇਲਾਵਾ 8 ਪੁਆਇੰਟ ਕਰ ਲਓ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਹੈਗਾ ਸਿੰਚਾਈ ਦੀ ਸਹੂਲਤਾਂ ਦੀ ਘਾਟ ਹੈ, ਤਾਂ ਕਰਕੇ ਖੇਤੀ ਸਾਡੀ ਪਿਛੜੇ ਆ। ਕਈ ਜਿੱਦਾਂ ਪੰਜਾਬ ਵਿੱਚ ਤਾਂ ਠੀਕ ਹੈ, ਬਾਕੀ ਬਹੁਤ ਸਾਰੇ ਇਲਾਕੇ ਜਿੱਥੇ ਕਿ ਲੋਕ ਹਾਲੇ ਵੀ ਮੀਂਹ ਦੇ ਭਰੋਸੇ ਬੈਠੇ ਰਹਿੰਦੇ ਆ, ਠੀਕ ਹੈ, ਵਰਖਾ 'ਤੇ ਨਿਰਭਰ ਰਹਿੰਦੇ ਆ। ਉਸ ਤੋਂ ਬਾਅਦ ਨੈਕਸਟ ਹੈਗਾ, ਪਹਿਲੇ 4 ਉੱਧਰ ਹੋ ਗਏ ਸੀ। 6ਵਾਂ ਪੁਆਇੰਟ ਹੈਗਾ ਕਿ ਖੇਤੀ ਦੇ ਪੁਰਾਣੇ ਢੰਗ, ਉਹੀ ਆ ਗਿਆ ਕਿ ਪੁਰਾਣੇ ਢੰਗ ਯੂਜ਼ ਕਰ ਰਹੇ ਹਾਲੇ ਵੀ, ਠੀਕ ਹੈ। ਉਸ ਤੋਂ ਬਾਅਦ ਦੋਸ਼ਪੂਰਨ ਵਿਕਰੀ ਪ੍ਰਥਾ, ਹਾਲੇ ਵੀ ਵੇਚਣ ਲਈ ਮੰਡੀਆਂ 'ਤੇ ਡਿਪੈਂਡ ਰਹਿਣਾ ਪੈ ਰਿਹਾ ਹੈ, ਠੀਕ ਹੈ। ਐਨ ਸਾਖ ਸਹੂਲਤ ਦੀ ਕਮੀ, ਕਰਜ਼ੇ ਲੈਣ ਦੀ ਕਮੀ ਹੈ, ਠੀਕ ਹੈ। ਕਈ ਲੋਕਾਂ ਨੂੰ ਕਰਜ਼ਾ ਲੈਣਾ ਆਉਂਦਾ, ਕਈਆਂ ਨੂੰ ਤਾਂ ਨਹੀਂ ਆਉਂਦਾ, ਬਹੁਤ ਹੀ ਗਲਤ ਤਰੀਕਾ ਨਾਲ ਲੈਂਦੇ ਆ, ਬਾਅਦ 'ਚ ਉਹਨਾਂ ਦੀ ਭਰਪਾਈ ਨਹੀਂ ਕਰ ਪਾਉਂਦੇ। ਸੋ 8 ਪੁਆਇੰਟ ਬਹੁਤ ਈਜ਼ੀ ਹੈ, ਤੁਸੀਂ ਇੱਦਾਂ ਹੀ ਪੁਆਇੰਟ ਲੈ ਕੇ ਇਹਨੂੰ ਐਕਸਪਲੇਨ ਕਰ ਦੇਣਾ ਥੋੜ੍ਹਾ ਜਿਹਾ, ਠੀਕ ਹੈ। ਸੈਕਿੰਡ ਕੁਐਸਚਨ ਹੈਗਾ ਭਾਰਤ ਵਿੱਚ ਬੇਰੁਜ਼ਗਾਰੀ ਦੇ ਵੱਖ-ਵੱਖ ਕਾਰਨਾਂ 'ਤੇ ਚਰਚਾ ਕਰੋ। ਬਹੁਤ ਹੀ ਵਧੀਆ ਕੁਐਸਚਨ ਆ, ਚਲੋ ਇਹਦਾ ਆਨਸਰ ਦੇਖਦੇ ਹਾਂ। ਭਾਰਤ ਵਿੱਚ ਗਰੀਬੀ ਦੇ ਮੁੱਖ ਕਾਰਨ, ਗਰੀਬੀ ਦੇ ਤੁਸੀਂ ਉੱਦਾਂ ਹੀ ਗਿਣਾ ਸਕਦੇ ਆ, ਠੀਕ ਹੈ। ਜਨਸੰਖਿਆ ਵੱਧ ਰਹੀ ਹੈ, ਠੀਕ ਹੈ, ਜਨਸੰਖਿਆ ਵੱਧ ਰਹੀ ਹੈ, ਮਹਿੰਗਾਈ ਹੈ, ਗਰੀਬੀ ਹੈ। ਉਸ ਤੋਂ ਬਾਅਦ ਦੇਖੋ ਸੈਕਿੰਡ ਪੁਆਇੰਟ ਹੈਗਾ ਆਰਥਿਕ ਵਿਕਾਸ ਬਹੁਤ ਹੀ ਹੌਲੀ ਹੋ ਰਹੀ ਹੈ, ਖੇਤੀ ਦਾ ਪਿਛੜਾਪਨ ਹੈ। ਉਸ ਤੋਂ ਬਾਅਦ ਫੋਰਥ ਪੁਆਇੰਟ ਦੇਖ ਲਓ ਮਹਿੰਗਾਈ, ਠੀਕ ਹੈ, ਉਹੀ ਪੁਆਇੰਟ ਆ ਗਿਆ ਨਾ, ਮਹਿੰਗਾਈ ਹੈ, ਧੀਮਾ ਉਦਯੋਗਿਕ ਵਿਕਾਸ ਹੋ ਰਹੀ ਹੈ, ਬੇਰੁਜ਼ਗਾਰੀ ਮੋਸਟ ਇੰਪੋਰਟੈਂਟ ਕਾਰਨ ਹੈ, ਠੀਕ ਹੈ। ਰਾਜਨੀਤਿਕ ਕਾਰਨ, ਰਾਜਨੀਤਿਕ ਸਾਲੇ ਉਹ ਵੀ ਨੇ ਸਾਨੂੰ ਵਧਣ ਦੇ ਰਹੇ ਆ, ਠੀਕ ਹੈ, ਜਿਹੜੇ ਸਰਕਾਰੀ ਨੀਤੀਆਂ, ਇਹ ਸਾਰੀਆਂ ਚੀਜ਼ਾਂ ਲਿਖ ਦਿਓ, ਆਪਣੇ ਦਿਲ ਦੀਆਂ ਭੜਾਸ ਤੁਸੀਂ ਕੱਢ ਸਕਦੇ ਇਹਦੇ ਵਿੱਚ, ਠੀਕ ਹੈ, ਗਰੀਬੀ ਦਾ ਕਾਰਨ ਕੀ ਹੈ। ਸੋ ਬਹੁਤ ਈਜ਼ੀ ਪੁਆਇੰਟਸ ਹੈ।